ਧਾਰ ਕੇ ਮੂਰਤ ਹੈ ਜਾਗੇ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਬਿਦ ਲੋਕ ਸੁਣਿਓ, ਸਭ ਦਰਸ਼ਨ ਪਾਇਓ। ਸੰਗਤ ਭਾਰੇ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਾਗੇ ਆਇਓ। ਜਗ ਔਰ ਨ ਆਹੇ ਮਹਾਤਮ ਮੈਂ, ਅਵਤਾਰ ਉਜਾਗਰ ਆਨ ਕੀਓ। ਤਿਨ ਕੇ ਦੁਖ ਕੋਟਿਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਇਹ ਪੱਦਤ ਤੇ ਮਤ ਚੂਕੈ ਹਰੇ ਮਨ, ਭੇਤ ਬਭੇਦ ਨਾ ਜਾਣ ਬਿਓ। ਪਰਤਸ਼ ਹਿਰਦੈ ਗੁਰ ਅਰਜੁਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲਿਓ। ਗੁਰ ਨਾਨਕ ਅੰਗਦ ਅਮਰ ਲਾਗ, ਉੱਤਮ ਪਦ ਪਾਇਓ। ਗੁਰ ਅਰਜੁਨ ਘਰ ਗੁਰ ਰਾਮਦਾਸ, ਭਗਤ ਉਤਰ ਆਇਓ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹੇ ਨਿਰੰਕਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਨਾਵਾ। ਹਰਿ ਕੇ ਨਾਮ ਬਿਨਾ ਦੁਖ ਪਾਵੈ, ਭਗਤ ਬਿਨਾ ਸਹਸਾ ਨਹਿ ਚੂਕੈ। ਗੁਰ ਇਹੋ ਭੇਦ ਬਤਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ, ਜੋ ਆਪ ਸਰਬੱਤ ਸੰਗਤਾਂ ਸਤ ਸੰਗਤ ਦੀਆਂ ਘੜੀਆਂ ਹਜੂਰ ਨੇ ਲੇਖਾਂ ਵਿੱਚ ਪਾਈਆਂ ਹਨ। ਅੱਜ ਸਾਧ ਸੰਗਤ ਜੀ, ਜਿਸ ਤਰ੍ਹਾਂ ਕੱਲ੍ਹ ਦੇ ਦਿਨ ਇਸ ਅਸਥਾਨ ਤੇ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਦੀਵਾਨ ਸੱਜੇ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ ਬਚਨ ਆਉਂਦੇ ਹਨ, ਜੋਤ ਰੂਪ ਹਰਿ ਆਪ, ਗੁਰੂ ਨਾਨਕ ਕਹਾਇਓ। ਆਪ ਅਕਾਲ ਪੁਰਖ ਵਾਹਿਗੁਰੂ ਜੀ, ਜਿਨ੍ਹਾਂ ਦਾ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਨੇ ਅਖਵਾਉਣਾ ਕੀਤਾ। ਜੋਤ ਰੂਪ ਹਰਿ ਆਪ, ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਫਿਰ ਸਾਧ ਸੰਗਤ ਜੀ ਉਹਨਾਂ ਦੇ ਵਿੱਚ ਹੀ ਜੋਤ ਰਲ ਕੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਅਖਵਾਉਣਾ ਕੀਤਾ। ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅਮਰ ਸਤ ਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ, ਗੁਰ ਰਾਮਹਿ ਦਿਓ। ਗੁਰ ਰਾਮਦਾਸ ਦਰਸ਼ਨ ਪਰਸ, ਕਹਿ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪਰਮਾਣ ਪੁਰਖ, ਗੁਰ ਅਰਜੁਨ ਪਿੱਖੋਂ ਨੈਣ। ਭੱਟ ਮਥੁਰਾ ਜੀ ਕਹਿੰਦੇ ਹਨ, ਮੂਰਤ ਪੰਚ ਪਰਮਾਣ ਪੁਰਖ, ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰ ਲਏ,
ਉਹਨਾਂ ਨੇ ਮਾਨੋ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰ ਲਏ। ਉਹਨਾਂ ਨੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰ ਲਏ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਐਸੇ ਹਨ ਜੈਸੇ ਸਾਖਸਾਤ ਪਾਰ ਬ੍ਰਹਮ ਦੇ ਦਰਸ਼ਨ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰਦੇ ਕੋੜੀਆਂ ਦੇ ਕੋੜ ਦੂਰ ਹੋ ਜਾਂਦੇ ਹਨ। ਜਿਸ ਤਰ੍ਹਾਂ ਹਰ ਰੋਜ਼ ਪੜ੍ਹਦੇ ਹਾਂ, ਅੰਮ੍ਰਿਆ ਦ੍ਰਿਸ਼ਟ ਸ਼ੁਭ ਕਰੈ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜਿੱਥੇ ਅੰਮ੍ਰਿਤ ਦ੍ਰਿਸ਼ਟੀ ਪਾਉਂਦੇ ਹਨ, ਕੋੜੀਆਂ ਦੇ ਹਜੂਰ ਕੋੜ ਦੂਰ ਕਰ ਦਿੰਦੇ ਹਨ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਐਸੇ ਹਨ ਜੋ ਸੰਗਤਾਂ ਦਰਸ਼ਨ ਕਰਦੀਆਂ ਹਨ, ਬ੍ਰਹਮ ਗਿਆਨ ਪਾ ਕੇ ਨਿਹਾਲ ਹੁੰਦੀਆਂ ਹਨ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਕਰਦਿਆਂ ਨਿੰਦਕ ਦੋਖੀ ਪਾਪੀ ਤਰ ਗਏ ਹਨ। ਭੱਟ ਜੀ ਕਹਿੰਦੇ ਹਨ, ਇਹਨਾਂ ਸਾਰਿਆਂ ਸਤਿਗੁਰਾਂ ਦੇ ਦਰਸ਼ਨ ਪੰਜ ਪ੍ਰਮਾਣ ਪੁਰਖ ਗੁਰ ਅਰਜੁਨ ਪਿੱਖੋਂ ਨੈਣ, ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਦਰਸ਼ਨ ਕਰ ਲਿਆ, ਮਾਨੋ ਕਿ ਪੰਜਾਂ ਸਤਿਗੁਰਾਂ ਦੇ ਦਰਸ਼ਨ ਕਰ ਲਏ। ਆਓ ਸਾਧ ਸੰਗਤ ਜੀ, ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਇਤਿਹਾਸ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰ ਲਿਆ, ਉਹਨਾਂ ਨੇ ਮਾਨੋ ਕਿ ਪੰਜੇ ਸਤਿਗੁਰਾਂ ਦਾ ਇਤਿਹਾਸ ਸਰਵਣ ਕਰ ਲਿਆ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਸਾਧ ਸੰਗਤ ਜੀ ਪ੍ਰਕਾਸ਼। ਧੰਨ ਧੰਨ ਜਾਗਦੀ ਜੋਤ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਮਾਤਾ ਭਾਨੀ ਜੀਆਂ ਦੇ ਸਾਧ ਸੰਗਤ ਜੀ ਕੁੱਖ ਤੋਂ ਪਾਵਨ ਪਵਿੱਤਰ ਨਗਰੀ, ਜਿਸ ਦੇ ਬਾਬਤ ਬਚਨ ਆਉਂਦੇ ਹਨ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਬੈਪਾਸ ਬਨਾਇਓ। ਗੋਇੰਦਵਾਲ ਸਾਹਿਬ ਜੀਆਂ ਦੀ ਨਗਰੀ ਤੇ ਹਜੂਰ ਨੇ ਭਾਗ ਲਾਏ ਹਨ। ਉਸ ਪਾਵਨ ਪਵਿੱਤਰ ਨਗਰੀ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਪ੍ਰਕਾਸ਼ ਹੁੰਦਾ ਹੈ। ਉਸ ਜਗ੍ਹਾ ਤੇ ਹੀ ਸਾਧ ਸੰਗਤ ਜੀ ਜਿਸ ਤਰ੍ਹਾਂ ਹਜੂਰ ਆਪਣਾ ਬਚਪਨ ਬਤੀਤ ਕਰਦੇ ਹਨ, ਉਸੇ ਜਗ੍ਹਾ ਤੇ ਸਾਧ ਸੰਗਤ ਜੀ ਗੁਰਦੁਆਰਾ ਚੁਬਾਰਾ ਸਾਹਿਬ ਵਿਖੇ ਅੱਜ ਵੀ ਹਜੂਰ ਦੇ ਬਚਪਨ ਦੀਆਂ ਯਾਦਗਾਰਾਂ ਮੌਜੂਦ ਹਨ। ਉਸੇ ਹੀ ਜਗ੍ਹਾ ਤੇ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜੋ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਨਾਨਾ ਜੀ ਲੱਗਦੇ ਹਨ ਦੁਨਿਆਵੀ ਰਿਸ਼ਤਿਆਂ ਦੇ ਸੰਬੰਧ ਵਿੱਚ। ਉਹਨਾਂ ਤੋਂ ਸਾਧ ਸੰਗਤ ਜੀ ਜਿਸ ਤਰ੍ਹਾਂ ਹਜੂਰ ਨੇ ਬਚਨ ਕਹੇ ਸਨ, ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ, ਜਿਸ ਸਮੇਂ ਅਸੀਂ ਬੰਦਗੀ ਕਰਦੇ ਹੋਈਏ ਸਾਨੂੰ ਉਦੋਂ ਕੋਈ ਵੀ ਆ ਕੇ ਭਾਵ ਸਾਡੇ ਪਾਸ ਨਾ ਆਵੇ, ਕੋਈ ਹਿਲ ਜੁਲ ਨਾ ਕਰੇ। ਇੱਕ ਦਿਨ ਮਾਤਾ ਜੀ ਸਾਧ ਸੰਗਤ ਜੀ ਘਰ ਦੇ ਕੰਮਾਂ ਵਿੱਚ ਲੱਗੇ ਸਨ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੇਂਦ ਚੱਕਣ ਵਾਸਤੇ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਪਲਗੇ ਨੂੰ ਜਾ ਹੱਥ ਪਾਉਂਦੇ ਹਨ, ਮਾਤਾ ਭਾਨੀ ਜੀ ਡਰ ਜਾਂਦੇ ਹਨ ਕਿ ਹਜੂਰ ਕੋਈ ਮੁਖ ਤੋਂ ਬਚਨ ਨਾ ਕਰ ਦੇਣ ਸੁਤੇ ਹੀ। ਤਾਂ ਉਸ ਸਮੇਂ ਸਾਧ ਸੰਗਤ ਜੀ ਜਿਸ ਸਮੇਂ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਤੱਕਦੇ ਹਨ, ਇਹ ਤਾਂ ਸਾਡੇ ਦੋਤਾ ਜੀ ਹਨ। ਜਿਸ ਸਮੇਂ ਹਜੂਰ ਨੇ ਤੱਕਿਆ ਹੈ ਕਿਸ ਭਾਰੀ ਪੁਰਸ਼ ਨੇ ਸਾਡੇ ਪਲੰਗੇ ਨੂੰ ਹੱਥ ਲਾਇਆ ਹੈ, ਉਸ ਸਮੇਂ ਜਿਸ ਸਮੇਂ ਹਜੂਰ ਨੇ ਤੱਕਿਆ ਤਾਂ ਹਜੂਰ ਨੇ ਵਰ ਦੇ ਬਚਨ ਕਹੇ ਸੀ, ਦੋਹਿਥਾ ਬਾਣੀ ਕਾ ਬੋਹਿਥਾ, ਇਹ ਤਾਂ ਬਾਣੀ ਦਾ ਜਹਾਜ਼ ਹੋਵੇਗਾ। ਤਾਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰਬਾਣੀ ਰਚਨਹਾਰ, ਸ਼ਹੀਦਾਂ ਦੇ ਸਰਤਾਜ, ਆਪ ਸਰਬੱਤ ਸੰਗਤਾਂ ਸਾਧ ਸੰਗਤ ਜੀ ਹਜੂਰ ਦੇ ਪ੍ਰਕਾਸ਼ ਗੁਰਪੁਰਬ ਦੇ ਦੀਵਾਨਾਂ ਵਿੱਚ ਸੱਜ ਬੈਠੇ ਹੋ। ਜਿਸ ਤਰ੍ਹਾਂ ਸਾਧ ਸੰਗਤ ਜੀ ਬਚਨ ਆਉਂਦੇ ਹਨ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਮਹਾਦਾਨ ਸਤਿਗੁਰ ਗਿਆਨ ਮਨ ਚਾਓ ਨਾ ਹੁਟੈ। ਸਾਧ ਸੰਗਤ ਜੀ ਜਿਸ ਸਮੇਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਸੱਜ ਬੈਠੇ ਹਨ, ਤਾਂ ਸਾਧ ਸੰਗਤ ਜੀ ਉਸੇ ਤਰ੍ਹਾਂ ਹੀ ਸੇਵਾ ਕਰਦੇ ਹਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਅੱਗੇ ਸੇਵਾ ਕਰਿਆ ਕਰਦੇ ਸਨ। ਜਿਸ ਤਰ੍ਹਾਂ ਬਚਨ ਆਉਂਦਾ ਹੈ, ਬ੍ਰਹਮਦੇਵ ਜੋ ਇੱਕ ਬੜਾ ਤਕੜਾ ਵਿਦਵਾਨ ਸੀ, ਉਸ ਸਮੇਂ ਜਿੱਥੋਂ ਲੰਘਦਾ ਸੀ ਲੋਕ ਚਾਦਰਾਂ ਵਿਛਾ ਦਿੰਦੇ ਸਨ, ਜਿਸ ਨੂੰ ਬੜਾ ਮਾਣ ਸੀ। ਤਾਂ ਉਸ ਨੂੰ ਪਤਾ ਲੱਗਦਾ ਹੈ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਸ ਸਮੇਂ ਸਾਧ ਸੰਗਤ ਜੀ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਤੇ ਉਹ ਚਾਹੁੰਦਾ ਸੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਸਾਡੇ ਦਰਸ਼ਨ ਕਰਨ ਆਉਣ। ਜਿਸ ਸਮੇਂ ਬ੍ਰਹਮਦੇਵ ਦੇ ਚੇਲਿਆਂ ਨੇ ਆਖਿਆ ਕਿ ਅਸੀਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ
ਦਰਸ਼ਨ ਕਰਨ ਜਾਣੇ ਹਨ, ਤਾਂ ਉਸਨੇ ਸਾਧ ਸੰਗਤ ਜੀ ਉਹਨਾਂ ਨੂੰ ਮਨਾ ਕਰ ਦਿੱਤਾ, ਕਿਹਾ ਕਿ ਇੱਥੇ ਰਹਿ ਕੇ ਹੀ ਤੁਸੀਂ ਜਪ ਤਪ ਕਰੋ। ਤਾਂ ਉਹਨਾਂ ਵਿੱਚੋਂ ਜਿਸ ਸਮੇਂ ਕੁਝ ਚੇਲੇ ਹਜੂਰ ਦੇ ਦਰਸ਼ਨ ਕਰਨ ਵਾਸਤੇ ਚਲੇ ਗਏ, ਮੰਜੀ ਸਾਹਿਬ ਜਾਦਿਆ ਜਦੋਂ ਹਜੂਰ ਦੇ ਦਰਸ਼ਨ ਤੱਕੇ ਹਨ, ਉਹਨਾਂ ਨੇ ਠੰਡ ਪੈ ਗਈ ਹੈ। ਹਜੂਰ ਨੇ ਉਹਨਾਂ ਨੂੰ ਸਾਧ ਸੰਗਤ ਜੀ ਮੁਖਾਰ ਬਿੰਦ ਤੋਂ ਉਹਨਾਂ ਨੂੰ ਪੁੱਛਿਆ ਹੈ, ਕਿੱਥੋਂ ਆਏ ਹੋ? ਤਾਂ ਉਸ ਸਮੇਂ ਹਜੂਰ ਨੇ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਨਾਲ ਭੇਜਿਆ ਸੀ। ਜਦੋਂ ਵਾਪਸ ਗਏ ਸੀ ਬ੍ਰਹਮਦੇਵ ਦੇ ਚੇਲੇ ਕਿ ਜਾ ਕੇ ਕਿਹੋ ਕਿ ਹਜੂਰ ਨੇ ਆਪ ਜੀਆਂ ਨੂੰ ਪ੍ਰਸ਼ਾਦੇ ਲੰਗਰ ਵਾਸਤੇ ਜਿਸ ਤਰ੍ਹਾਂ ਆਪ ਜੀਆਂ ਨੂੰ ਬੁਲਾਇਆ ਹੈ, ਆਪ ਆ ਕੇ ਦਰਸ਼ਨ ਦੇਣਾ ਕਰੋ। ਤਾਂ ਸਾਧ ਸੰਗਤ ਜੀ ਜਿਸ ਸਮੇਂ ਬ੍ਰਹਮਦੇਵ ਫਿਰ ਜਦੋਂ ਸੱਦੇ ਤੇ ਆਇਆ, ਤਾਂ ਉਸਨੇ ਸਾਧ ਸੰਗਤ ਜੀ ਜਦੋਂ ਪ੍ਰਸ਼ਾਦਾ ਛਕਿਆ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਉਸ ਨੂੰ ਆ ਕੇ ਹਜੂਰ ਨੇ ਪ੍ਰਸ਼ਾਦਾ ਛਕਾਇਆ। ਆਪ ਹਜੂਰ ਨੇ ਉਸ ਦੇ ਜੂਠੇ ਬਰਤਨ ਚੱਕੇ। ਜਦੋਂ ਪ੍ਰਸ਼ਾਦਾ ਛਕ ਕੇ ਬ੍ਰਹਮਦੇਵ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਪੁੱਛਦਾ ਹੈ ਕਿ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰਾਓ, ਤਾਂ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਆਖਦੇ ਹਨ, ਬ੍ਰਹਮਦੇਵ ਜੀ ਜਿਨ੍ਹਾਂ ਨੇ ਤੁਹਾਡੇ ਅੱਗੋਂ ਜੂਠੇ ਬਰਤਨ ਚੱਕੇ ਹਨ, ਉਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਨ। ਹਜੂਰ ਦੇ ਚਰਨਾਂ ਤੇ ਢਹਿ ਪੈਂਦਾ ਹੈ, ਕਿਉਂਕਿ ਗੁਰਬਾਣੀ ਦੱਸਦੀ ਹੈ, ਮਹਾਦਾਨ ਸਤਿਗੁਰ ਗਿਆਨ ਮਨ ਚਾਓ ਨਾ ਹੁਟੈ। ਹਜੂਰ ਦੇ ਮਨ ਵਿੱਚੋਂ ਸਾਧ ਸੰਗਤ ਜੀ ਕਦੇ ਚਾਹ ਨਹੀਂ ਸੀ ਹਟਦਾ ਸੇਵਾ ਕਰਨ ਦਾ। ਜਿਸ ਤਰ੍ਹਾਂ ਸਾਧ ਸੰਗਤ ਜੀ ਕਾਬਲ ਤੋਂ ਸੰਗਤ ਆਉਂਦੀ ਸੀ, ਸੰਗਤ ਨੇ ਕਦੇ ਹਜੂਰ ਦੇ ਦਰਸ਼ਨ ਨਾ ਸੀ ਕੀਤੇ। ਪੜਾ ਦਰ ਪੜਦਾ ਜਦੋਂ ਸੰਗਤ ਆਈ, ਸ਼ਾਮ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਤੇ ਸੰਗਤ ਪੁੱਜੀ ਹੈ। ਸੰਗਤ ਨੇ ਧਰਮਸ਼ਾਲਾ ਵਿੱਚ ਜਿਸ ਤਰ੍ਹਾਂ ਨਿਵਾਸ ਕੀਤਾ ਹੈ, ਉਸ ਦਿਨ ਹਜੂਰ ਨੇ ਆਗਿਆ ਕੀਤੀ ਸੀ ਮਾਤਾ ਗੰਗਾ ਜੀਆਂ ਨੂੰ, ਤੇ ਆਪ ਹਜੂਰ ਆਪ ਪ੍ਰਸ਼ਾਦਾ ਲੈ ਕੇ ਸੰਗਤ ਵਾਸਤੇ ਗਏ ਸਨ। ਤਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਰਾਤ ਭਰ ਹਜੂਰ ਨੇ ਸੰਗਤ ਨੂੰ ਪ੍ਰਸ਼ਾਦਾ ਛਕਾਇਆ, ਮਾਤਾ ਗੰਗਾ ਜੀ ਸੰਗਤ ਨੂੰ ਪੱਖਾ ਝੱਲਦੇ ਹਨ। ਥੱਕੀ ਹੋਈ ਸੰਗਤ ਸੀ, ਤਾਂ ਹਜੂਰ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੰਗਤਾਂ ਦੀਆਂ ਮੁੱਠੀ ਚਾਪੀ ਕਰਦੇ ਹਨ। ਲੱਤਾਂ ਹਜੂਰ ਜਿਸ ਤਰ੍ਹਾਂ ਸਾਧ ਸੰਗਤ ਜੀ ਥਕਾਨ ਦੂਰ ਕਰਦੇ ਹਨ। ਅਗਲੇ ਦਿਨ ਜਦੋਂ ਸੰਗਤ ਨੇ ਆਖਿਆ ਕਿ ਸਾਨੂੰ ਗੁਰਸਿੱਖਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰਾ ਦੇਵੋ, ਤਾਂ ਹਜੂਰ ਨੇ ਸਾਧ ਸੰਗਤ ਜੀ ਆਪ ਅੱਗੇ ਲਾ ਕੇ ਤੁਰ ਪਏ। ਜਿਸ ਸਮੇਂ ਸੰਗਤ ਮੰਜੀ ਸਾਹਿਬ ਦੇ ਬਾਹਰ ਪਹੁੰਚਦੀ ਹੈ, ਉਸ ਸਮੇਂ ਜਦੋਂ ਸੰਗਤ ਜੋੜਾ ਉਤਾਰਦੀ ਹੈ, ਤਾਂ ਮਨ ਵਿੱਚ ਕਿਸੇ ਦੇ ਖਿਆਲ ਆਉਂਦਾ ਹੈ ਕੋਈ ਜੋੜਾ ਹੀ ਨਾ ਚੱਕ ਕੇ ਲੈ ਜਾਵੇ। ਤਾਂ ਉਸ ਸਮੇਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਸੰਗਤ ਨੂੰ ਕਿ ਆਪ ਜਾ ਕੇ ਹਜੂਰ ਦੇ ਦਰਸ਼ਨ ਕਰੋ, ਅਸੀਂ ਤੁਹਾਡੇ ਜੋੜਿਆਂ ਦੀਆਂ ਰਖਵਾਲੀ ਬੈਠਦੇ ਹਾਂ। ਜਿਸ ਸਮੇਂ ਅੰਦਰ ਜਾ ਕੇ ਸੰਗਤ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਪੁੱਛਦੀ ਹੈ ਕਿ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਸਾਨੂੰ ਕਦੋਂ ਦਰਸ਼ਨ ਦੇਣਗੇ, ਤਾਂ ਬਾਬਾ ਬੁੱਢਾ ਸਾਹਿਬ ਜੀਆਂ ਨੇ ਆਖਿਆ ਸੀ ਹਜੂਰ ਤਾਂ ਰਾਤ ਦੇ ਹੀ ਆਪ ਜੀਆਂ ਦੀ ਸੇਵਾ ਵਿੱਚ ਪੁੱਜੇ ਹਨ। ਉਸ ਸਮੇਂ ਸੰਗਤ ਨੇ ਆਖਿਆ, ਉਹ ਮਣਾ ਉਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਜੋੜਿਆਂ ਵਿੱਚ ਬਿਠਾ ਕੇ ਆਏ ਹਾਂ। ਜਿਸ ਸਮੇਂ ਸੰਗਤ ਦਰਸ਼ਨ ਕਰਨ ਗਈ, ਹਜੂਰ ਆਪਣੇ ਗਲ ਵਾਲੇ ਪੱਲੇ ਨਾਲ ਸੰਗਤਾਂ ਦੇ ਜੋੜੇ ਝਾੜ ਰਹੇ ਸਨ। ਤਾਂ ਸੰਗਤਾਂ ਸਾਧ ਸੰਗਤ ਜੀ ਢਹਿ ਪਈਆਂ, ਕਿਉਂਕਿ ਗੁਰਬਾਣੀ ਫਰਮਾਉਂਦੀ ਹੈ, ਮਹਾਦਾਨ ਸਤਿਗੁਰ ਗਿਆਨ ਮਨ ਚਾਓ ਨਾ ਹੁਟੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਮਨ ਵਿੱਚ ਸਾਧ ਸੰਗਤ ਜੀ ਗੁਰਤਾ ਗੱਦੀ ਤੇ ਬੈਠ ਕੇ ਵੀ ਮਨ ਵਿੱਚੋਂ ਚਾਹ ਨਹੀਂ ਸੀ ਹਟਦਾ। ਜਿਸ ਤਰ੍ਹਾਂ ਸਾਧ ਸੰਗਤ ਜੀ ਬਚਨ ਆਉਂਦੇ ਹਨ, ਭਨ ਮਥਰਾ ਮੂਰਤ ਸਦਾ ਥਿਰ ਲਾਏ ਚਿੱਤ ਸਨਮੁਖ ਰਹੋ। ਕਲ ਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਾਗ ਬੇਤਰਹੁ। ਭਨ ਮਥਰਾ ਜੀ ਕਹਿੰਦੇ ਹਨ ਕਿ ਅਸੀਂ ਸੰਸਾਰ ਨੂੰ ਦੱਸਦੇ ਹਾਂ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਐਸੇ ਸਤਿਗੁਰ ਹਨ ਜਿਨ੍ਹਾਂ ਨੂੰ ਸਾਧ ਸੰਗਤ ਜੀ ਕਹਿੰਦੇ ਹਨ ਕਿ ਮਣਾ ਚਿੱਤ ਲਾ ਕੇ ਸਤਿਗੁਰਾਂ ਦੇ ਸਨਮੁਖ ਹੋ ਜਾਈ, ਕਦੇ ਹਜੂਰ ਤੋਂ ਵੇਮੁਖ ਨਾ ਹੋਈ। ਕਿਉਂਕਿ ਕਲਯੁਗ ਦੇ ਵਿੱਚ ਜਹਾਜ਼ ਦੀ ਨਿਆਈ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਨ। ਭੱਟ ਜੀ ਕਹਿੰਦੇ ਹਨ, ਕੀ ਲੈਣਾ ਹੈ ਅਸੀਂ ਜ਼ਿੰਦਗੀ ਤੋਂ, ਅਬ ਨਾ ਹੈ ਅਵਰ ਸਰ ਕਾਮ, ਬਾਰੰਤਰ ਪੂਰੀ ਪਰੀ। ਜੋ ਹਜੂਰ ਦਾ ਗੁਰਸਿੱਖ ਪ੍ਰੇਮ ਨਾਲ ਨਾਮ ਲੈਂਦਾ ਹੈ, ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਵਿੱਚ ਵੀ ਉਹਨਾਂ ਦੀ ਪੂਰੀ ਪੈ ਜਾਂਦੀ ਹੈ। ਆਓ ਸਾਧ ਸੰਗਤ ਜੀ ਦੋਨੋਂ ਹੱਥ ਜੋੜ ਕੇ ਬੜੇ ਹੀ ਪ੍ਰੇਮ ਨਾਲ ਸੱਚੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ
ਹੋਏ ਆਖੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਾਧ ਸੰਗਤ ਜੀ, ਆਪਣੀ ਰਸਨਾ ਨੂੰ ਕਰੋ ਪਵਿੱਤਰ, ਕਿਉਂਕਿ ਗੁਰਬਾਣੀ ਫਰਮਾਉਂਦੀ ਹੈ, ਜਬ ਲਉ ਨਹੀਂ ਭਾਗ ਲਲਾਰ ਉਦੈ, ਤਬ ਲਉ ਭ੍ਰਮ ਤੇ ਫਿਰਤੇ ਬਹੁ ਧਾਇਓ। ਹਜੂਰ, ਜਿੰਨਾ ਚਿਰ ਸਾਡੇ ਸ੍ਰੇਸ਼ਟ ਮੱਥੇ ਦੇ ਭਾਗ ਨਾ ਸੀ ਜਾਗੇ, ਅਸੀਂ ਸੰਸਾਰ ਵਿੱਚ ਭਟਕਦੇ ਰਹੇ। ਆਪ ਨੇ ਕਿਰਪਾ ਕੀਤੀ ਹੈ ਮਹਾਰਾਜ ਜੀ, ਸਾਨੂੰ ਕਥਾ ਸ਼ਰਵਣ ਕਰਨ ਵਾਸਤੇ ਸੰਗਤ ਵਿੱਚ ਲੈ ਕੇ ਆਏ ਹੋ। ਜਬ ਲਉ ਨਹੀਂ ਭਾਗ ਲਲਾਰ ਉਦੈ, ਤਬ ਲਉ ਭ੍ਰਮ ਤੇ ਫਿਰਤੇ ਬਹੁ ਧਾਇਓ। ਕਲ ਘੋਰ ਸਮੁੰਦਰ ਮੈਂ ਬੂਢਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਹਜੂਰ, ਮਨ ਵਿੱਚ ਝੋਰਾ ਲੱਗਾ ਰਹਿੰਦਾ ਸੀ ਕਿ ਕਲਯੁਗ ਦੇ ਵਿੱਚ ਭਿਆਨਕ ਸਮਾਂ ਹੈ, ਸਾਨੂੰ ਨਾਮ ਦੀ ਮਹਾਰਾਜ ਜੀ ਕਦੋਂ ਸੋਝੀ ਪਵੇਗੀ। ਮਹਾਰਾਜ ਜੀ, ਮਨ ਵਿੱਚ ਪਛਤਾਵਾ ਲੱਗਾ ਰਹਿੰਦਾ ਸੀ। ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਪਟ ਮਥੁਰਾ ਜੀ ਕਹਿੰਦੇ ਹਨ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਆਪ ਜੀਆਂ ਨੇ ਜਗ ਨੂੰ ਤਾਰਨ ਵਾਸਤੇ ਹਜੂਰ ਅਵਤਾਰ ਧਾਰਨ ਕੀਤਾ ਹੈ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਸਾਧ ਸੰਗਤ ਜੀ, ਸੰਸਾਰੀ ਦੁੱਖ ਕੀ ਹਨ? ਜਨਮਾਂ ਤੇ ਭਾਵ ਮਰਨ ਦੇ ਦੁੱਖ ਦੂਰ ਹੋ ਜਾਂਦੇ ਹਨ। ਐਸੇ ਸਤਿਗੁਰਾਂ ਨੂੰ ਕਿਉਂ ਨਾ ਸੀਸ ਝੁਕਾ ਕੇ ਆਖੀਏ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਤਾਂ ਸਾਧ ਸੰਗਤ ਜੀ, ਐਸੇ ਹੀ ਹਜੂਰ ਦਾ ਮਹਾਨ ਜੀਵਨ ਹੈ। ਕੈਸਾ ਪ੍ਰੇਮ ਕਰਦੇ ਹਨ ਹਜੂਰ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਨਾਲ। ਜਿਸ ਸਮੇਂ ਤਾਇਆ ਸਹਾਰੀ ਮੱਲ ਜੀ ਲਾਹੌਰ ਤੋਂ ਆਉਂਦੇ ਹਨ, ਜਿਸ ਸਮੇਂ ਹਜੂਰ ਨੂੰ ਆਪਣੇ ਪੁੱਤਰ ਦੇ ਆਨੰਦ ਕਾਰਜ ਵਾਸਤੇ ਬੁਲਾਉਂਦੇ ਹਨ, ਤਾਂ ਉਸ ਸਮੇਂ ਸਾਧ ਸੰਗਤ ਜੀ ਹਜੂਰ ਨਾ ਸੀ ਗਏ। ਹਜੂਰ ਨੇ ਜਿਸ ਸਮੇਂ ਬਾਬਾ ਪ੍ਰਿਥੀ ਚੰਦ ਜੀਆਂ ਨੂੰ ਆਖਿਆ ਵਾਹਿਗੁਰੂ, ਤਾਂ ਸਾਧ ਸੰਗਤ ਜੀ ਉਹਨਾਂ ਨੇ ਮਨਾ ਕਰ ਦਿੱਤਾ, ਕਿਉਂਕਿ ਉਹਨਾਂ ਦੇ ਮਨ ਵਿੱਚ ਕੀ ਸੀ ਕਿ ਜੇ ਅਸੀਂ ਲਾਹੌਰ ਚਲੇ ਗਏ, ਪਿੱਛੋਂ ਗੁਰਤਾ ਗੱਦੀ ਤੇ ਕੋਈ ਹੋਰ ਨਾ ਬਰਾਜ ਜਾਵੇ। ਭਾਵ ਪ੍ਰਿਥੀ ਚੰਦ ਜੀ ਸੋਚਦੇ ਸਨ ਕਿ ਇਹ ਗੁਰੂ ਘਰ ਦੀ ਸਾਰੀ ਕਾਰ ਭੇਟਾ ਮੈਂ ਸੰਭਾਲਦਾ ਹਾਂ ਤੇ ਗੁਰਤਾ ਗੱਦੀ ਤੇ ਵੀ ਅਗਲੇ ਗੁਰੂ ਮੈਂ ਬਣਾਂਗਾ। ਜਿਸ ਸਮੇਂ ਸਾਧ ਸੰਗਤ ਜੀ ਬਾਬਾ ਮਹਾਦੇਵ ਜੀਆਂ ਨੂੰ ਪੁੱਛਿਆ ਸੀ, ਤਾਂ ਉਹਨਾਂ ਵੀ ਸਾਧ ਸੰਗਤ ਜੀ ਇਨਕਾਰ ਕਰ ਦਿੱਤਾ ਕਿ ਕਹਿੰਦੇ ਹਨ, ਪਿਤਾ ਜੀ ਅਸੀਂ ਕੀ ਕਰਨਾ ਹੈ ਸੰਸਾਰੀ ਰਿਸ਼ਤਿਆਂ ਤੋਂ। ਤਾਂ ਸਾਧ ਸੰਗਤ ਜੀ ਉਸ ਸਮੇਂ ਹਜੂਰ ਦਾ ਮਨ ਖਫੇ ਹੋ ਗਿਆ। ਉਸ ਸਮੇਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਫਿਰ ਹਜੂਰ ਨੇ ਕਿਹਾ। ਉਸ ਸਮੇਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹੱਥ ਜੋੜ ਕੇ ਹਜੂਰ ਦੀ ਆਗਿਆ ਵਿੱਚ ਜਿਸ ਤਰ੍ਹਾਂ ਸਾਧ ਸੰਗਤ ਜੀ ਖੜ ਗਏ, ਤਾਂ ਉਸ ਸਮੇਂ ਹਜੂਰ ਨੇ ਕਿਹਾ ਸੀ, ਜਿੰਨਾ ਚਿਰ ਬੁਲਾਈਏ ਨਾ ਤਾਂ ਤੁਸੀਂ ਆਉਣਾ ਨਹੀਂ। ਜਿਸ ਸਮੇਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਲਾਹੌਰ ਦੀ ਧਰਤੀ ਤੇ ਜਾਂਦੇ ਹਨ, ਹਜੂਰ ਨੇ ਸਾਧ ਸੰਗਤ ਜੀ ਐਸੀ ਬਰਾਗਮਹੀ ਬਾਣੀ, ਜਿਸ ਤਰ੍ਹਾਂ ਆਪਾਂ ਸ਼ਬਦ ਹਜ਼ਾਰੇ ਪੜ੍ਹਦੇ ਹਾਂ, ਹਜੂਰ ਨੇ ਚਿੱਠੀਆਂ ਲਿਖੀਆਂ ਸੀ। ਜਿਸ ਤਰ੍ਹਾਂ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੈ ਚਾਤਕ ਕੀ ਨਿਆਈ, ਤਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦੇਖੈ ਗੁਰ ਦਰਬਾਰੇ ਜੀਓ। ਐਸੀਆਂ ਜਿਸ ਸਮੇਂ ਹਜੂਰ ਨੇ ਚਿੱਠੀਆਂ ਲਿਖੀਆਂ ਸਨ, ਜਿਸ ਸਮੇਂ ਸਾਧ ਸੰਗਤ ਜੀ ਉਹ ਚਿੱਠੀ ਦੇਣ ਵਾਲਾ ਗੁਰਸਿੱਖ ਪਹੁੰਚਦਾ ਸੀ, ਪ੍ਰਿਥੀ ਚੰਦ ਜੀ ਅੱਗੋਂ ਚਿੱਠੀਆਂ ਉਸ ਗੁਰਸਿੱਖ ਤੋਂ ਲੈ ਲਿਆ ਕਰਦੇ ਸੀ। ਤਾਂ ਉਸ ਤੋਂ ਉਪਰੰਤ ਸਾਧ ਸੰਗਤ ਜੀ ਜਿਸ ਸਮੇਂ ਦੂਸਰੀ ਫਿਰ ਚਿੱਠੀ ਹਜੂਰ ਨੇ ਲਿਖੀ, ਉਹ ਵੀ ਪ੍ਰਿਥੀ ਚੰਦ ਜੀਆਂ ਨੇ ਲੈ ਲਈ। ਤਾਂ ਉਸ ਤੋਂ ਉਪਰੰਤ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਜਿਸ ਸਮੇਂ ਤੀਸਰਾ ਪੱਥਰ ਭਾਵ ਵਾਹਿਗੁਰੂ ਪੱਤਰ ਲਿਖਿਆ ਸੀ, ਕਿ ਐਸੀ ਬੇਬਲਤਾ ਦੇ ਨਾਲ ਹਜੂਰ ਨੇ ਜਿਸ ਸਮੇਂ ਪੱਤਰ ਲਿਖਿਆ, ਇਤਿਹਾਸ ਜ਼ਿਕਰ ਕਰਦਾ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਡਿਓੜੀ ਤੇ ਉੱਪਰ ਖੜੇ ਹਜੂਰ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਵੱਲ ਤੱਕਦੇ ਸਨ। ਕਦੋਂ ਕੋਈ ਸੁਨੇਹਾ ਆਵੇ, ਕਦੋਂ ਕੋਈ ਗੁਰਸਿੱਖ ਆ ਕੇ ਕਵੇ ਹਜੂਰ ਨੇ ਤੁਹਾਨੂੰ ਬੁਲਾਇਆ ਹੈ, ਇਹ ਤਾਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਾਣਦੇ ਹਨ ਕਿ ਕੈਸਾ ਉਹਨਾਂ ਨੂੰ ਪ੍ਰੇਮ ਹੈ ਹਜੂਰ ਦੇ ਚਰਨਾਂ ਦੇ ਨਾਲ। ਜਿਸ ਸਮੇਂ ਤੀਸਰੀ ਚਿੱਠੀ ਹਜੂਰ ਦੇ ਪਾਸ ਪਹੁੰਚਦੀ ਹੈ, ਤਾਂ ਉਸ ਸਮੇਂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਸਾਧ ਸੰਗਤ ਜੀ ਜਿਸ ਤਰ੍ਹਾਂ ਲੈਣ ਵਾਸਤੇ ਭੇਜਦੇ ਹਨ, ਤਾਂ ਇਤਿਹਾਸ ਵਿੱਚ ਬੜਾ ਹੀ ਵਿਸਤਾਰ ਸਹਿਤ ਜ਼ਿਕਰ ਆਉਂਦਾ ਹੈ। ਜਿਸ ਸਮੇਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਹਜੂਰ ਦੇ ਦਰਬਾਰ ਵਿੱਚ ਪਹੁੰਚਦੇ ਹਨ, ਤਾਂ ਇਤਿਹਾਸ ਜ਼ਿਕਰ ਕਰਦਾ ਹੈ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਕੰਠ ਰੁਕ ਜਾਂਦਾ ਹੈ।
ਕਿੰਨਾ ਸਮਾਂ ਹਜੂਰ ਪੁਲਕਾਤ ਅਵਸਥਾ ਵਿੱਚ ਚਲੇ ਜਾਂਦੇ ਹਨ, ਹਜੂਰ ਦੇ ਚਰਨਾਂ ਕਮਲਾਂ ਤੇ ਢਹਿ ਪੈਂਦੇ ਹਨ। ਉਸ ਸਮੇਂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਪੁੱਛਿਆ ਸੀ ਕਿ ਤੁਸੀਂ ਇਹ ਤੀਜਾ ਅੰਕ ਪਾਇਆ ਹੈ, ਭਾਵ ਪਹਿਲੀਆਂ 2 ਚਿੱਠੀਆਂ। ਤਾਂ ਉਸ ਸਮੇਂ ਹਜੂਰ ਨੇ ਕਿਹਾ ਸੀ ਅਸੀਂ ਭੇਜੀਆਂ ਸੀ। ਤਾਂ ਉਸ ਸਮੇਂ ਸਾਧ ਸੰਗਤ ਜੀ ਜਦੋਂ ਗੁਰਸਿੱਖ ਤੋਂ ਪੁੱਛਿਆ, ਉਸ ਨੇ ਦੱਸਿਆ ਹੈ ਕਿ ਇਹ ਪ੍ਰਿਥੀ ਚੰਦ ਜੀਆਂ ਨੇ ਲੈ ਲਈਆਂ ਸੀ ਸਾਡੇ ਤੋਂ। ਜਿਸ ਸਮੇਂ ਹਜੂਰ ਨੇ ਪੁੱਛਿਆ ਤਾਂ ਬਾਬਾ ਪ੍ਰਿਥੀ ਚੰਦ ਜੀਆਂ ਨੇ ਕਿਹਾ ਇਹ ਗੁਰਸਿੱਖ ਝੂਠ ਬੋਲਦਾ ਹੈ। ਜਿਸ ਸਮੇਂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਪ੍ਰਿਥੀ ਚੰਦ ਜੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਗੁਰਸਿੱਖ ਝੂਠ ਨਹੀਂ ਬੋਲਦਾ, ਤੁਸੀਂ ਚਿੱਠੀਆਂ ਹਜੇ ਵੀ ਲਿਆ ਦੇਵੋ। ਤਾਂ ਉਸ ਸਮੇਂ ਬਾਬਾ ਪ੍ਰਿਥੀ ਚੰਦ ਜੀ ਕਹਿੰਦੇ ਹਨ ਕਿ ਹਜੂਰ ਆਪ ਜੀਆਂ ਨੇ ਇਸ ਕੰਗਾਲ ਸਿੱਖ ਕਰਕੇ ਮੈਨੂੰ ਡਾਂਟਿਆ ਹੈ। ਸਾਧ ਸੰਗਤ ਜੀ ਗੁਰਸਿੱਖਾਂ ਨਾਲ ਹਜੂਰ ਐਸਾ ਪ੍ਰੇਮ ਕਰਦੇ ਹਨ। ਉਸ ਸਮੇਂ ਹਜੂਰ ਨੇ ਬਚਨ ਕਹੇ ਸੀ, ਪ੍ਰਿਥੀ ਚੰਦ ਇਹਨਾਂ ਹੀ ਗੁਰਸਿੱਖਾਂ ਤੋਂ ਤੇਰੀਆਂ ਵੰਸ਼ਾਂ ਮੰਗ ਕੇ ਖਾਣਗੀਆਂ। ਆਪਣੇ ਪੁੱਤਰ ਨੂੰ ਵੀ ਹਜੂਰ ਨੇ ਸਾਧ ਸੰਗਤ ਜੀ ਨਾ ਸੀ ਬਖਸ਼ਿਆ। ਐਸਾ ਗੁਰਸਿੱਖਾਂ ਨਾਲ ਹਜੂਰ ਪ੍ਰੇਮ ਕਰਦੇ ਹਨ। ਜਿਸ ਸਮੇਂ ਸਾਧ ਸੰਗਤ ਜੀ ਗੁਰਸਿੱਖ ਨੂੰ ਭੇਜਿਆ ਸੀ ਕਿ ਫਲਾਣੇ ਥਾਂ ਤੇ ਪ੍ਰਿਥੀ ਚੰਦ ਜੀ ਦਾ ਝੱਗਾ ਪਿਆ ਹੋਣਾ ਹੈ, ਉਹ ਲੈ ਆ। ਜਦੋਂ ਖੀਸੇ ਵਿੱਚ ਬਾਬੇ ਪ੍ਰਿਥੀ ਚੰਦ ਜੀ ਨੂੰ ਆਖਿਆ ਹੱਥ ਮਾਰ, ਤਾਂ ਸਾਧ ਸੰਗਤ ਜੀ ਉਸ ਵਿੱਚੋਂ 2 ਚਿੱਠੀਆਂ ਨਿਕਲੀਆਂ। ਫਿਰ ਸਾਧ ਸੰਗਤ ਜੀ ਜਦੋਂ ਹਜੂਰ ਨੇ ਤੱਕਿਆ ਤਾਂ ਹਜੂਰ ਨੇ ਕਿਹਾ ਸੀ ਹੁਣ ਇੱਕ ਹੋਰ ਬਚਨ ਉਚਾਰੋ। ਤਾਂ ਉਸ ਸਮੇਂ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਦੇ ਹਨ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮਹਿ ਪਾਇਆ। ਐਸੇ ਬੇਬਲਤਾ ਦੇ ਬਚਨ ਹਜੂਰ ਉਚਾਰਦੇ ਹਨ। ਤਾਂ ਉਸ ਸਮੇਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਅੰਦਰ ਦਾ ਪ੍ਰੇਮ ਦੇਖ ਕੇ ਜਿਸ ਸਮੇਂ ਸਾਧ ਸੰਗਤ ਜੀ ਫਿਰ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਜਿਸ ਤਰ੍ਹਾਂ ਸਾਧ ਸੰਗਤ ਜੀ ਜੋਤੀ ਵਿੱਚ ਜੋਤ ਰਲਾ ਦਿੰਦੇ ਹਨ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜੁਨ ਪਿੱਖੋਂ ਨੈਣ, ਐਸੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਕੁਝ ਬੇਨਤੀਆਂ ਕੀਤੀਆਂ ਹਨ। ਜਿਸ ਤਰ੍ਹਾਂ ਬਚਨ ਆਉਂਦੇ ਹਨ, ਧਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਇਸੇ ਤਰ੍ਹਾਂ ਸਾਧ ਸੰਗਤ ਜੀ ਬੇਅੰਤ ਇਤਿਹਾਸ ਵਿੱਚ ਜ਼ਿਕਰ ਆਉਂਦੇ ਹਨ। ਹਜੂਰ ਕਿਰਪਾ ਕਰਨ। ਆਓ ਸਾਧ ਸੰਗਤ ਜੀ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਦੀ ਅੰਮ੍ਰਿਤ ਗੁਰਬਾਣੀ ਦੀ ਲੜੀਵਾਰ ਕਥਾ ਜਿਸ ਤਰ੍ਹਾਂ ਚੱਲ ਰਹੀ ਹੈ, ਜਿਸ ਸਮੇਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਿਹਾਰ ਦੀ ਧਰਤੀ ਨੂੰ ਭਾਗ ਲਾ ਰਹੇ ਹਨ, ਗੁਰਸਿੱਖ ਹਜੂਰ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੇ ਹਨ। ਇੱਕ ਗੁਰਸਿੱਖ ਸੰਗਤ ਵਿੱਚੋਂ ਉੱਠਿਆ ਸੀ, ਉਸ ਨੇ ਹਜੂਰ ਦੇ ਚਰਨਾਂ ਕਮਲਾਂ ਵਿੱਚ ਬੇਨਤੀ ਕੀਤੀ ਸੀ, ਮਹਾਰਾਜ ਜੀ ਦੁੱਖਾਂ ਦਾ ਕਿਵੇਂ ਨਾਸ਼ ਹੋਵੇ। ਮਹਾਰਾਜ ਜੀ ਜੀਵਨ ਦੇ ਵਿੱਚ ਦੁੱਖਾਂ ਦੀ ਬਹੁਬਲਤਾ ਹੈ, ਮਹਾਰਾਜ ਜੀ ਝੋਰੇ ਲੱਗੇ ਰਹਿੰਦੇ ਹਨ, ਹਜੂਰ ਕਿਰਪਾ ਕਰੋ। ਤਾਂ ਉਸ ਸਮੇਂ ਜਿਸ ਤਰ੍ਹਾਂ ਹਜੂਰ ਨੇ ਬਚਨ ਉਚਾਰਿਆ ਸੀ, ਦੁੱਖ ਹਰਤਾ ਹਰ ਨਾਮ ਪਛਾਨੋ। ਗੁਰਸਿੱਖੋ ਦੁੱਖਾਂ ਨੂੰ ਦੂਰ ਕਰ ਦੇਣ ਵਾਲਾ ਹਰੀ ਦਾ ਨਾਮ ਹੈ, ਇਸ ਨੂੰ ਤੁਸੀਂ ਪਹਿਚਾਣ ਲਓ। ਹਜੂਰ ਕੋਈ ਤਰਿਆ ਹੈ ਨਾਮ ਨੂੰ ਜਪ ਕੇ। ਤਾਂ ਹਜੂਰ ਸਾਧ ਸੰਗਤ ਜੀ ਪ੍ਰਮਾਣ ਦੇ ਦੇ ਕੇ ਹਜੂਰ ਨੇ ਸਾਨੂੰ ਦੱਸਿਆ ਸੀ, ਦੇਖ ਸਿੱਖਾ ਅਜਾਮਲ ਗਨਕਾ ਜਿਹ ਸਿਮਰਤ ਮੁਕਤ ਭਏ ਜੀ ਜਾਨੋ। ਅਜਾਮਲ ਪਾਪੀ ਤਰ ਗਿਆ ਹੈ, ਗਨਕਾ ਜੋ ਪਾਪਣ ਹੈ ਉਹ ਤਰ ਗਈ ਹੈ। ਅੱਗੇ ਹਜੂਰ ਨੇ ਦੱਸਿਆ ਸੀ, ਗੱਜ ਕੀ ਤਰਾਸ ਮਿੱਟੀ ਛਿਨਹੂ ਮਹਿ ਜਬ ਹੀ ਰਾਮ ਬਖਾਨੋ। ਦੇਖ ਇੱਕ ਹਾਥੀ ਦੀ ਉਦਾਹਰਣ ਦੇ ਕੇ ਹਜੂਰ ਨੇ ਦੱਸਿਆ ਸੀ, ਜਿਸ ਸਮੇਂ ਉਸਨੇ ਬੇਨਤੀ ਕੀਤੀ ਕਰ ਧਰੇ ਚੱਕਰ ਬੈਕੁੰਠ ਤੇ ਆਏ, ਗੱਜ ਹਸਤੀ ਕੇ ਪ੍ਰਾਣ ਉਧਾਰੀ ਅਲੇ। ਭਾਵ ਆਪ ਕਾਲ ਪੁਰਖ ਵਾਹਿਗੁਰੂ ਨੇ ਹਾਥੀ ਦੀ ਪੁਕਾਰ ਸੁਣ ਕੇ ਜਿਸ ਤਰ੍ਹਾਂ ਉਸ ਦੇ ਬੰਧਨ ਕੱਟ ਦਿੱਤੇ ਸੀ, ਦੇਖ ਮਣਾ ਤੇਰੇ ਕੋਲ ਤਾਂ ਫਿਰ ਵੀ ਹਜੂਰ ਨੇ ਦਿਮਾਗ ਦਿੱਤਾ ਹੈ। ਪਸ਼ੂ ਦੀ ਹਜੂਰ ਨੇ ਪੁਕਾਰ ਸੁਣ ਕੇ ਉਸ ਦੇ ਬੰਧਨ ਕੱਟ ਦਿੱਤੇ ਸੀ। ਅੱਗੇ ਹਜੂਰ ਨੇ ਜਿਸ ਤਰ੍ਹਾਂ ਨਾਰਦ ਕਹਿਤ ਸੁਨੋ ਧਰੂ ਬਾਰਿਕ ਭਜਨ ਮਾਹੇ ਲਪਟਾਨੋ, ਜਿਸ ਤਰ੍ਹਾਂ ਭਗਤ ਧਰੂ ਜੀਆਂ ਦੀ ਸਾਖੀ ਹਜੂਰ ਦੱਸਦੇ ਹਨ। ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸ਼ਰਵਣ ਕਰਨਾ ਕਰੋ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਚਲ ਅਮਰ ਨਿਰਪੈ ਪਦ ਪਾਇਓ। ਜਿਸ ਤਰ੍ਹਾਂ ਸਾਧ ਸੰਗਤ ਜੀ ਭਗਤ ਧਰੂ ਜੀਆਂ ਦੀ ਸਾਖੀ ਆਈ ਸੀ,
ਜਿਸ ਤਰ੍ਹਾਂ ਧਰੂ ਹੱਸਦਾ ਘਰ ਆਇਆ, ਘਰ ਪਿਆਰ ਪਿਓ ਕੁਛੜ ਲੀਤਾ। ਜਿਸ ਸਮੇਂ ਭਗਤ ਧਰੂ ਜੀ ਹੱਸਦੇ ਹੋਏ ਘਰ ਵਿੱਚ ਆਏ, ਆਪਣੇ ਪਿਓ ਦੀ ਗੋਦੀ ਵਿੱਚ ਬੈਠ ਗਏ, ਤਾਂ ਉਸ ਸਮੇਂ ਸਾਧ ਸੰਗਤ ਜੀ ਪਿਓ ਪਿਆਰ ਕਰਨ ਲੱਗਾ। ਬਾਹੋ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਤਾਂ ਮਤਰੇਈ ਮਾਂ ਨੇ ਬਾਂਹ ਤੋਂ ਫੜ ਕੇ ਉਠਾ ਲਿਆ। ਕਹਿੰਦੀ ਹੈ, ਜੇ ਰਾਜੇ ਦੀ ਭਾਵ ਆਪਣੇ ਪਿਤਾ ਦੀ ਗੋਦੀ ਵਿੱਚ ਬੈਠਣਾ ਸੀ ਤਾਂ ਮੇਰੀ ਕੁੱਖੋਂ ਜਨਮ ਲੈਂਦਾ। ਭਾਵ ਜਿਸ ਤਰ੍ਹਾਂ ਮਤਰੇਈ ਮਾਂ ਨੇ ਉਸ ਨੂੰ ਡਾਂਟ ਕੇ ਜਿਸ ਤਰ੍ਹਾਂ ਉਠਾ ਦਿੱਤਾ, ਭਗਤ ਧਰੂ ਜੀ ਆਪਣੀ ਮਾਤਾ ਪਾਸ ਜਾਂਦੇ ਹਨ। ਮਾਤਾ ਜੀਆਂ ਨੂੰ ਕਹਿੰਦੇ ਹਨ, ਮਾਤਾ ਜੀ ਤੁਸੀਂ ਇਸ ਘਰ ਦੇ ਵਿੱਚ ਪਟਰਾਣੀ ਹੋ, ਭਾਵ ਰਾਣੀ ਹੋ, ਕਿ ਭਾਵ ਆਪ ਦਾਸੀ ਹੋ, ਗੋਲੀ ਹੋ। ਮਾਤਾ ਜੀ ਕਿਉਂਕਿ ਆਪ ਜੀਆਂ ਦਾ ਹਾਲ ਗੋਲੀਆਂ ਵਾਲਾ ਹੁੰਦਾ ਹੈ। ਉਸ ਸਮੇਂ ਮਾਤਾ ਜੀਆਂ ਨੇ ਜਿਸ ਤਰ੍ਹਾਂ ਫਰਮਾਇਆ ਸੀ, ਸਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਮਾਤਾ ਜੀਆਂ ਨੇ ਕਿਹਾ ਸੀ, ਪੁੱਤਰ ਧਰੂ ਮੈਂ ਤਾਂ ਰਾਣੀ ਸਾਂ ਜਦੋਂ ਇਸ ਘਰ ਵਿੱਚ ਆਈ ਸਾਂ, ਪਰ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਨਹੀਂ ਕੀਤੀ, ਇਸ ਕਰਕੇ ਮੇਰਾ ਗੋਲੀਆਂ ਵਾਲਾ ਹਾਲ ਹੋ ਰਿਹਾ ਹੈ। ਤਾਂ ਉਸ ਸਮੇਂ ਮਾਤਾ ਜੀਆਂ ਨੂੰ ਭਗਤ ਜੀ ਪੁੱਛਦੇ ਹਨ, ਮਾਤਾ ਜੀ ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਣ ਮੀਤਾ। ਕਿਸ ਉਦਮ ਕਰਕੇ ਮੈਨੂੰ ਇਹ ਫਿਰ ਰਾਜ ਮਿਲੇਗਾ ਪਿਤਾ ਜੀ ਵਾਲਾ, ਤੇ ਸ਼ਤਰੂ ਤੇ ਸਾਰੇ ਮਿੱਤਰ ਹੋ ਜਾਣ। ਤਾਂ ਮਾਤਾ ਜੀਆਂ ਨੇ ਫਰਮਾਇਆ ਸੀ, ਪਰਮੇਸ਼ਰ ਆਰਾਧੀਐ ਜਿੱਦੋਂ ਹੋਈਏ ਪਤਤ ਪਨੀਤਾ। ਮਾਤਾ ਜੀ ਕਹਿੰਦੀ ਹੈ, ਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਿਆ ਕਰ, ਬਾਹਰ ਚੱਲਿਆ ਕਰਨ ਤਪ, ਮਨ ਬੈਰਾਗ ਹੋਏ ਅਤੀਤਾ। ਜਿਸ ਸਮੇਂ ਭਗਤ ਧਰੂ ਜੀ ਤਪ ਕਰਨ ਵਾਸਤੇ ਗਏ ਹਨ, ਨਾਰਦ ਮੁਨੀ ਜੀ ਰਸਤੇ ਵਿੱਚ ਮਿਲ ਕੇ ਕਹਿੰਦੇ ਹਨ, ਭਗਤ ਧਰੂ ਕਿੱਥੇ ਚੱਲਿਆ ਹੈ? ਭਗਤ ਜੀ ਕਹਿੰਦੇ ਹਨ, ਤਪ ਕਰਨ ਚੱਲੇ ਹਾਂ। ਤਾਂ ਉਸ ਸਮੇਂ ਨਾਰਦ ਜੀ ਕਹਿੰਦੇ ਹਨ ਕਿ ਜੰਗਲ ਵਿੱਚ ਤਾਂ ਸ਼ੇਰ ਹਨ, ਉੱਥੇ ਕੁਝ ਖਾਣ ਨੂੰ ਨਹੀਂ ਹੁੰਦਾ, ਜੰਗਲੀ ਜਾਨਵਰ ਤੈਨੂੰ ਖਾ ਜਾਣਗੇ। ਉਸ ਸਮੇਂ ਭਗਤ ਧਰੂ ਜੀ ਦਾ ਨਿਸ਼ਚਾ ਸੀ, 5 ਸਾਲ ਦੀ ਆਯੂ ਸੀ। ਤਾਂ ਉਸ ਸਮੇਂ ਜਵਾਬ ਦਿੱਤਾ ਕਿ ਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨ ਚੱਲੇ ਹਾਂ, ਮਜਾਲ ਨਹੀਂ ਕਿਸੇ ਜਾਨਵਰ ਦੀ ਕਿ ਮੈਨੂੰ ਖਾ ਜਾਣ। ਐਸਾ ਨਿਸ਼ਚਾ ਜਦੋਂ ਨਾਰਦ ਜੀਆਂ ਨੇ ਵੇਖਿਆ ਤਾਂ ਰਾਮ ਨਾਮ ਦਾ ਉਪਦੇਸ਼ ਦਿੱਤਾ। ਜਿਸ ਸਮੇਂ ਰਾਮ ਦੇ ਨਾਮ ਵਿੱਚ ਭਾਵ ਭਗਤ ਜੀ ਲੱਗ ਗਏ, 5 ਸਾਲ ਦੀ ਆਯੂ ਸੀ। ਤਾਂ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਦੇ ਜਿਸ ਤਰ੍ਹਾਂ ਦਰਸ਼ਨ ਹੋਏ, ਉਸ ਤੋਂ ਉਪਰੰਤ ਰਾਜਾ ਆਪ ਭਗਤ ਜੀਆਂ ਦੇ ਪਾਸ ਚੱਲ ਕੇ ਆਇਆ ਸੀ। ਕਿਉਂਕਿ ਸਾਧ ਸੰਗਤ ਜੀ ਇਤਿਹਾਸ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਪੁਰਾਣਿਕ ਸਾਖੀਆਂ ਵਿੱਚ, 36,000 ਵਰਾ ਇਸ ਧਰਤੀ ਤੇ ਭਗਤ ਜੀਆਂ ਨੇ ਰਾਜ ਕੀਤਾ। ਫਿਰ ਧਰੂ ਮੰਡਲ ਦੇ ਵਿੱਚ ਜਿਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਵਰ ਦਿੱਤਾ ਕਿ ਸਾਰਾ ਤਾਰਾ ਮੰਡਲ ਤੇਰੀ ਪਰਿਕਰਮਾ ਕਰਿਆ ਕਰੇਗਾ, ਐਸੇ ਭਗਤ ਧਰੂ ਜੀ ਜਿਸ ਤਰ੍ਹਾਂ ਬਚਨ ਆ ਰਹੇ ਹਨ, ਅਚਲ ਅਮਰ ਨਿਰਭੈ ਪਦ ਪਾਇਓ, ਕਿ ਅਚਲ ਪਦਵੀ ਨੂੰ ਪਾਇਆ। ਇਹ ਹਜੂਰ ਇਥੇ ਨਾਮ ਦੀ ਮਹਿਮਾ ਦੱਸਦੇ ਹਨ, ਗੁਰਸਿੱਖਾ ਤੇਰੇ ਦੁੱਖ ਕਿੱਡੇ ਕੁ ਚੀਜ਼ ਹਨ। ਅਚਲ ਅਮਰ ਨਿਰਭੈ ਪਦ ਪਾਇਓ। ਜੋ ਅਕਾਲ ਪੁਰਖ ਵਾਹਿਗੁਰੂ ਨੂੰ ਸਾਧ ਸੰਗਤ ਜੀ ਧਿਆਉਂਦਾ ਹੈ, ਨਿਰਭੈ ਪਦਵੀ ਨੂੰ ਪਾ ਲੈਂਦਾ ਹੈ। ਜਗਤ ਜਾਹੇ ਹੈਰਾਨੋ, ਜਗਤ ਵੀ ਸਾਧ ਸੰਗਤ ਜੀ ਹੈਰਾਨ ਹੋ ਜਾਂਦਾ ਹੈ, ਕਿਸ ਤਰ੍ਹਾਂ ਥੋੜੇ ਜੇ ਸਿੱਖ ਕਿੰਨਿਆਂ ਦੇ ਨਾਲ ਜੂਝ ਜਾਂਦੇ ਹਨ। ਜਗਤ ਹੈਰਾਨ ਹੁੰਦਾ ਹੈ ਕਿ ਕੈਸੇ ਸੀਸ ਤੇ ਆਰਾ ਸਹਿੰਦੇ ਹਨ ਗੁਰਸਿੱਖ, ਕਿਸ ਤਰ੍ਹਾਂ ਬੰਦ ਕੱਟੇ ਜਾਂਦੇ ਹਨ। ਇਹ ਨਾਮ ਦੀ ਮਹਿਮਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੱਸਦੇ ਹਨ ਕਿ ਉਹ ਨਿਰਭੈ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਹਨ। ਨਾਨਕ ਕਹਿਤ ਭਗਤ ਰਛਕ ਹਰ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਜੂਰ ਜਿਸ ਤਰ੍ਹਾਂ ਫਰਮਾਉਂਦੇ ਹਨ, ਭਗਤ ਰਛਕ ਹਰ। ਜੋ ਕਾਲ ਪੁਰਖ ਵਾਹਿਗੁਰੂ ਹੈ ਉਹ ਆਪਣੇ ਭਗਤਾਂ ਨੂੰ ਤਤੀ ਵਾਹ ਵੀ ਨਹੀਂ ਲੱਗਣ ਦਿੰਦਾ। ਨਿਕਟ ਤਾਹੇ ਤੁਮ ਮਾਨੋ, ਹਜੂਰ ਸਾਧ ਸੰਗਤ ਜੀ ਜਿੱਦਾਂ ਕੋਈ ਆਪਣੇ ਨਿਕਟ ਹੋਵੇ ਉਸ ਨੂੰ ਆਪਾਂ ਆਪਣੇ ਦਿਲ ਦੀ ਗੱਲ ਦੱਸ ਦਿੰਦੇ ਹਾਂ ਕਿ ਇਹ ਮੇਰੇ ਬੜਾ ਨਿਕਟ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਮੋਹਰ ਲਾ ਦਿੰਦੇ ਹਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ, ਉਹ ਕਾਲ ਪੁਰਖ ਵਾਹਿਗੁਰੂ ਦੇਖ, ਉਹ ਭਗਤਾਂ ਤੇ ਵਛਲ ਭਾਵ ਭਗਤਾਂ ਤੇ ਟਹਿ ਜਾਂਦਾ ਹੈ। ਗਰੀਬੀ ਭਾਵ ਤੇ ਸਾਧ ਸੰਗਤ ਜੀ ਹਜੂਰ ਪ੍ਰਸੰਨ ਹੋ ਜਾਂਦੇ ਹਨ। ਹਜੂਰ ਫਰਮਾਉਂਦੇ ਹਨ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਿਕਟ ਜਾਣਿਆ ਕਰ। ਪਰ ਆਇਓ ਸਾਧ ਸੰਗਤ ਜੀ ਹਜੂਰ ਦੇ ਚਰਨਾਂ ਵਿੱਚ ਅਰਦਾਸ ਕਰੀਏ, ਭਗਤ ਵਛਲ ਸੁਣ ਹੋਤ ਹੈ ਨਿਰਾਸ ਹਿਰਦੈ। ਮਹਾਰਾਜ ਜੀ ਜਦੋਂ ਅਸੀਂ ਸੁਣਦੇ ਹਾਂ ਕਿ ਆਪ ਭਗਤ ਵਛਲ ਆਪ ਜੀਆਂ ਦਾ ਸੁਭਾਅ ਹੈ, ਸਾਡੇ ਹਿਰਦੇ ਦੇ ਵਿੱਚ ਨਿਰਾਸ਼ਤਾ ਆ ਜਾਂਦੀ ਹੈ। ਕਿਉਂਕਿ ਮਹਾਰਾਜ ਜੀ ਆਪ ਕਹਿੰਦੇ ਹੋ ਨਾਮ ਜਪਿਆ ਕਰ। ਹਜੂਰ ਕਦੇ ਨਹੀਂ ਜ਼ਿੰਦਗੀ ਵਿੱਚ ਨਾਮ ਜਪ ਕੇ ਦੇਖਿਆ, ਆਪ ਤਾਂ ਭਗਤ ਵਛਲ ਹੋ। ਹਜੂਰ ਸਾਡੀ ਕਿਸਮਤ ਦੇ ਵਿੱਚ ਮਹਾਰਾਜ ਜੀ ਏਦਾਂ ਲੱਗਦਾ ਹੈ
ਹੈ, ਕਦੋਂ ਸਾਨੂੰ ਸਮਝ ਆਵੇਗੀ ਕਿ ਭਗਤੀ ਕਰਨੀ ਚਾਹੀਦੀ ਹੈ। ਇਹ ਸੁਣ ਕੇ ਮਹਾਰਾਜ ਜੀ ਸਾਡਾ ਹਿਰਦਾ ਨਿਰਾਸ਼ ਰਹਿੰਦਾ ਹੈ। ਪਤਿਤ ਪਾਵਨ ਸੁਣ ਆਸਰਾ ਉਰ ਧਾਰ ਹੋ। ਪਰ ਮਹਾਰਾਜ ਜੀ ਜਦੋਂ ਮੈਂ ਸੁਣਦਾ ਹਾਂ ਆਪ ਪਤਿਤਾਂ ਨੂੰ ਪਾਵਨ ਕਰਨ ਵਾਲੇ ਹੋ ਤਾਂ ਹਿਰਦੇ ਦੇ ਵਿੱਚ ਥੋੜਾ ਠਹਿਰਾ ਜੀ ਆਉਂਦੀ ਹੈ। ਮਣਾ ਹਜੂਰ ਦੇ ਅੱਗੇ ਜਾ ਕੇ ਅਰਦਾਸ ਕਰਾਂਗੇ, ਮਹਾਰਾਜ ਜੀ ਸਾਡਾ ਵੀ ਅੱਜ ਮਨ ਬੰਦਗੀ ਵਿੱਚ ਲੱਗ ਜਾਵੇ, ਕਿਉਂਕਿ ਹਜੂਰ ਦੀ ਗੁਰਬਾਣੀ ਦੱਸਦੀ ਹੈ, ਜਾਣ ਬੂਝ ਕੇ ਬਾਵਰੈ ਤੈ ਕਾਜ ਵਿਗਾਰਿਓ। ਤੂੰ ਜਾਣ ਵੀ ਲਿਆ ਸੀ ਸੰਗਤ ਵਿੱਚ ਆ ਕੇ ਤੂੰ ਨਾਮ ਜਪਣਾ ਚਾਹੀਦਾ ਹੈ, ਤੂੰ ਬੁੱਝ ਵੀ ਲਿਆ ਸੀ ਕਿ ਇਸ ਤੋਂ ਬਿਨਾ ਉਧਾਰ ਨਹੀਂ ਹੁੰਦਾ, ਪਰ ਹਜੂਰ ਮੈਂ ਜਾਣ ਬੁੱਝ ਕੇ ਕਾਜ ਵਿਗਾੜ ਲਿਆ ਹੈ। ਜਿਸ ਤਰ੍ਹਾਂ ਅੰਤਰਜਾਮੀ ਸੁਣ ਕੰਪਤ ਹੋ ਅੰਤਰਗਤ। ਮਹਾਰਾਜ ਜੀ ਜਦੋਂ ਮੈਨੂੰ ਪਤਾ ਲੱਗਦਾ ਹੈ ਆਪ ਅੰਤਰਜਾਮੀ ਹੋ ਤਾਂ ਹਜੂਰ ਮੇਰੇ ਮਨ ਵਿੱਚ ਬੜੇ ਭੈੜੇ ਫੁਰਨੇ ਉੱਠਦੇ ਹਨ। ਅੰਦਰ ਮਹਾਰਾਜ ਜੀ ਥੜ ਥੜ ਕੰਬਦਾ ਹੈ। ਦੀਨ ਕੈ ਦਿਆਲ ਸੁਣ ਭੈ ਭ੍ਰਮ ਟਾਰ ਹੋ। ਮਹਾਰਾਜ ਜੀ ਜਦੋਂ ਸੁਣਦਾ ਹਾਂ ਕਿ ਆਪ ਦੀਨਾਂ ਤੇ ਦਇਆ ਕਰਨ ਵਾਲੇ ਹੋ ਤਾਂ ਮਹਾਰਾਜ ਜੀ ਕੁਝ ਅੰਦਰ ਹਿਰਦੇ ਨੂੰ ਤਰਵਾਸ ਮਿਲਦੀ ਹੈ ਕਿ ਮਣਾ ਹਜੂਰ ਅੱਗੇ ਅਰਦਾਸ ਕਰਨ ਦੀ ਹੀ ਤਾਂ ਦੇਰੀ ਹੈ, ਮਹਾਰਾਜ ਜੀਆਂ ਨੇ ਬਖਸ਼ ਦੇਣਾ ਹੈ। ਇਹ ਤਾਂ ਸਾਧ ਸੰਗਤ ਜੀ ਇਤਿਹਾਸ ਜ਼ਿਕਰ ਕਰਦਾ ਹੈ। ਪਾਪੀ ਨਿੰਦਕ ਹਜੂਰ ਨੇ ਤਾਰ ਛੱਡੇ ਹਨ। ਜੇ ਦੇਰੀ ਹੈ ਸਾਡੇ ਅਰਦਾਸ ਕਰਨ ਵਿੱਚ ਦੇਰੀ ਹੈ, ਹਜੂਰ ਦੇ ਬਖਸ਼ਣ ਵਿੱਚ ਕੋਈ ਦੇਰੀ ਨਹੀਂ। ਆਪਣੀ ਕਰਨੀ ਕਰ ਨਰਕ ਹੂ ਨਾ ਪਾਉ ਠੌਰ। ਮਹਾਰਾਜ ਜੀ ਕਰਨੀ ਐਸੀ ਹੈ ਕਿ ਨਰਕਾਂ ਵਿੱਚ ਵੀ ਨਾ ਜਗ੍ਹਾ ਮਿਲੇ। ਨਰਕਾਂ ਵਾਲੇ ਵੀ ਕਹਿਣ ਓਹੋ ਏਡਾ ਪਾਪੀ ਇਹ ਕਿੱਥੋਂ ਆ ਗਿਆ, ਤੁਮਰੋ ਬਿਰਧ ਕਰ ਆਸਰਾ ਸਮਾਰ ਹੋ। ਪਰ ਮਹਾਰਾਜ ਜੀ ਆਪ ਜੀਆਂ ਦਾ ਆਸਰਾ ਤੱਕ ਕੇ ਸਤ ਸੰਗਤ ਵਿੱਚ ਹਜੂਰ ਆਪ ਕਿਰਪਾ ਕਰਕੇ ਲੈ ਆਉਂਦੇ ਹੋ। ਯਕੀਨ ਹੈ ਮਹਾਰਾਜ ਜੀ ਇੱਕ ਦਿਨ ਨਾਮ ਦੀ ਦਾਤ ਵੀ ਝੋਲੀ ਵਿੱਚ ਪਾਵੋਗੇ। ਰੋਮ ਰੋਮ ਕਰਕੇ ਅਸੀਂ ਵੀ ਹਜੂਰ ਆਪ ਜੀਆਂ ਦੀ ਬੰਦਗੀ ਵਿੱਚ ਲੱਗ ਜਾਵਾਂਗੇ, ਕਿਉਂਕਿ ਜੇ ਆਪਣੀ ਕਰਨੀ ਵੇਖੀਏ ਤਾਂ ਹਜੂਰ ਨਰਕਾਂ ਵਿੱਚ ਵੀ ਨਾ ਥਾਂ ਮਿਲੇ। ਹਜੂਰ ਕਿਰਪਾ ਕਰਨ ਸਾਧ ਸੰਗਤ ਜੀ। ਹਜੂਰ ਨੇ ਉਪਦੇਸ਼ ਹੀ ਇਹ ਦਿੱਤਾ ਹੈ, ਦੁੱਖ ਹਰਤਾ ਹਰ ਨਾਮ ਪਛਾਨੋ। ਦੇਖੋ ਜੇ ਤੈਨੂੰ ਕੋਈ ਦੁੱਖ ਆਉਂਦਾ ਹੈ ਤਾਂ ਹਰੀ ਦੇ ਨਾਮ ਨੂੰ ਤੂੰ ਪਹਿਚਾਣ ਲਾ, ਉਹ ਤੇਰੇ ਸਾਰੇ ਦੁੱਖ ਕੱਟ ਦੇਵੇਗਾ। ਮਹਾਰਾਜ ਜੀ ਕਿਰਪਾ ਕਰਨ ਹਜੂਰ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਜਿਸ ਨੂੰ ਤੂੰ ਜਾਣ ਆਹੇ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਿਖਾਣੈ। ਮਹਾਰਾਜ ਜੀ ਕਿਰਪਾ ਕਰਨ ਹਜੂਰ ਦਾ ਜਸ ਗਾਉਂਦੇ ਹੋਏ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਹੋ ਗਈਆਂ ਹੋਣਗੀਆਂ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ ਬਖਸ਼ ਦੇਣਾ। ਅਰਦਾਸ ਕਰਨੀ ਮਹਾਰਾਜ ਬਲ ਬੁੱਧ ਸਮਰੱਥਾ ਬਖਸ਼ਣ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਨਾਨਕ ਕਹਿਤ ਭਗਤ ਰਛਕ ਹਰ, ਨਿਕਟ ਤਾਹੇ ਤੁਮ ਮਾਨੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜੂਰੀ ਅੰਦਰ ਸਜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਹਜੂਰ ਦੀ ਅਪਾਰ ਕਿਰਪਾ ਦਾ ਸਦਕਾ ਆਪ ਜੀ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਸਰਵਣ ਕਰ ਰਹੇ ਸੀ। ਸਮੂਹ ਸੰਗਤ ਵੱਲੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਕੋਟਾਨ ਕੋਟ ਸ਼ੁਕਰਾਨਾ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ।